ਹੈਲੋ ਹਾਂਜੀ ਪੰਜਾਬੀ ਇਨਸਾਈਡਰ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਪਿਛਲੇ ਕੁਝ ਦਿਨਾਂ ਵਿੱਚ ਟਵਿੱਟਰ ਬਾਰੇ ਆਪਾਂ ਬਹੁਤ ਖਬਰਾਂ ਦੇਖੀਆਂ ਕਿ ਟਵਿੱਟਰ ਵਿਕ ਗਿਆ ਹੈ ਅਤੇ ਇਲਨ ਮਸਕ ਨੇ ਇਸ ਨੂੰ ਖਰੀਦ ਲਿਆ ਹੈ। ਬਹੁਤ ਸਾਰੇ ਲੋਕਾਂ ਨੇ ਇਲਨ ਮਸਕ ਦੀ ਇਸ ਗੱਲ ਉੱਤੇ ਕੁਐਸਚਨਸ ਵੀ ਚੱਕੇ, ਪਰ ਇਹਨਾਂ ਸਭ ਦੇ ਉਲਟ ਇਲਨ ਮਸਕ ਦਾ ਕਹਿਣਾ ਸੀ ਕਿ ਟਵਿੱਟਰ ਨੂੰ ਖਰੀਦਣ ਪਿੱਛੇ ਉਹਨਾਂ ਦਾ ਮੇਨ ਏਮ ਟਵਿੱਟਰ ਉੱਤੇ ਫੇਕ ਅਕਾਊਂਟਸ ਬੰਦ ਕਰਕੇ ਦੁਨੀਆ ਵਿੱਚ ਇੱਕ ਫ੍ਰੀ ਸਪੀਚ ਨੂੰ ਪ੍ਰਮੋਟ ਕਰਨਾ ਹੈ। Function of democracy is important to the function of the United States as a free country and many other countries and to help freedom in the world. ਪਰ ਪਰਦੇ ਦੇ ਪਿੱਛੇ ਦੀ ਅਸਲ ਸੱਚਾਈ ਕੁਝ ਹੋਰ ਵੀ ਹੋ ਸਕਦੀ ਹੈ ਜੋ ਇਲਨ ਮਸਕ ਨੇ ਕਲੀਅਰ ਨਹੀਂ ਕੀਤੀ, ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਇਲਨ ਮਸਕ ਦੀ ਟਵਿੱਟਰ ਦੀ ਚਿੜੀ ਨੂੰ ਕੈਦ ਕਰਨ ਦਾ ਪਲਾਨ ਆਪਣੇ ਇਨਫਲੂਐਂਸ ਜਾਂ ਪ੍ਰਭਾਵ ਨੂੰ ਵਧਾਉਣਾ ਹੈ, ਨਾ ਕਿ ਫ੍ਰੀ ਸਪੀਚ ਨੂੰ ਪ੍ਰਮੋਟ ਕਰਨਾ। ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦੇਣਾ। ਸੋ ਵਧਦੇ ਹਾਂ ਵੀਡੀਓ ਦੇ ਵੱਲ। ਦੋਸਤੋ ਮੈਂ ਅੱਗੇ ਜਾਣ ਤੋਂ ਪਹਿਲਾਂ ਕੁਝ ਗੱਲਾਂ ਟਵਿੱਟਰ ਬਾਰੇ ਦੱਸਣਾ ਚਾਹੁੰਦਾ ਹਾਂ। ਟਵਿੱਟਰ ਨੇ ਆਪਣੇ 11 ਸਾਲ ਦੇ ਟਾਈਮ ਵਿੱਚੋਂ 9 ਸਾਲ ਲਾਸ ਮਤਲਬ ਘਾਟੇ ਵਿੱਚ ਹੀ ਕੱਢੇ ਹਨ, ਅਤੇ ਟਵਿੱਟਰ ਉੱਤੇ ਯੂਜ਼ਰ ਦੀ ਗਿਣਤੀ ਵੀ ਕੋਈ ਬਾਕੀ ਪਲੇਟਫਾਰਮਸ ਦੇ ਮੁਕਾਬਲੇ ਕੋਈ ਬਹੁਤ ਹੀ ਜ਼ਿਆਦਾ ਨਹੀਂ ਹੈ। ਪਰ ਫਿਰ ਵੀ ਇਲਨ ਮਸਕ ਨੇ ਟਵਿੱਟਰ ਵਿੱਚ ਅਜਿਹਾ ਕੀ ਦੇਖਿਆ ਜੋ ਸਾਡੀ ਸਮਝ ਤੋਂ ਪਰੇ ਹੈ। ਇਲਨ ਮਸਕ ਕੋਲ ਅੱਜ ਦੀ ਤਰੀਕ ਵਿੱਚ ਟਵਿੱਟਰ ਤੇ 84 ਮਿਲੀਅਨ ਫਾਲੋਅਰਸ ਹਨ। ਜਦੋਂ ਵੀ ਇਲਨ ਕੋਈ ਟਵੀਟ ਕਰਦੇ ਹਨ ਤਾਂ ਉਸ ਦੇ ਇਸ ਟਵੀਟ ਦੀ ਰੀਚ ਰੀਟਵੀਟ, ਸ਼ੇਅਰਸ, ਕਮੈਂਟ ਕਰਕੇ 5 ਤੋਂ 600 ਮਿਲੀਅਨ ਤੱਕ ਪਹੁੰਚ ਜਾਂਦੀ ਹੈ, ਅਤੇ ਇਲਨ ਮਸਕ ਦੀ ਇਸ ਟਵਿੱਟਰ ਫਾਲੋਇੰਗ ਕਰਕੇ ਹੀ ਇਹਦੇ ਇੱਕ ਟਵੀਟ ਤੇ ਸਟਾਕ ਮਾਰਕੀਟ ਬਹੁਤ ਜ਼ਿਆਦਾ ਉੱਪਰ ਥੱਲੇ ਹੋ ਜਾਂਦੀ ਹੈ। ਪਿਛਲੇ ਕੁਝ ਐਗਜ਼ਾਮਪਲਸ ਦੀ ਗੱਲ ਕਰੀਏ ਤਾਂ ਦਸੰਬਰ 2021 ਵਿੱਚ ਇਲਨ ਨੇ ਡੋਜਕੋਇਨ ਬਾਰੇ ਇੱਕ ਟਵੀਟ ਕਰਕੇ ਇਸ ਦੀ ਤਾਰੀਫ ਕੀਤੀ ਸੀ, ਅਤੇ ਅਗਲੇ ਹੀ ਦਿਨ ਡੋਜਕੋਇਨ ਦੇ ਰੇਟ 15% ਤੱਕ ਵਧ ਗਏ ਸਨ। ਪਰ ਕੁਝ ਦਿਨਾਂ ਬਾਅਦ ਇਲਨ ਨੇ ਫਿਰ ਟਵੀਟ ਕਰਕੇ ਕਹਿ ਦਿੱਤਾ ਕਿ ਅਸੀਂ ਤਾਂ ਸਿਰਫ ਇੱਕ ਹਸਲ ਕਰ ਰਹੇ ਸੀ ਅਤੇ ਡੋਜਕੋਇਨ ਦੀ ਕੋਈ ਖਾਸ ਗਾਰੰਟੀ ਨਹੀਂ ਹੈ, ਅਤੇ ਇਲਨ ਦੇ ਬਸ ਇਸ ਗੱਲ ਟਵੀਟ ਕਰਨ ਤੋਂ ਬਾਅਦ ਹੀ ਡੋਜਕੋਇਨ ਦੇ ਰੇਟ 35% ਤੱਕ ਥੱਲੇ ਆ ਗਏ ਸਨ। ਇਸੇ ਹੀ ਤਰ੍ਹਾਂ ਇੱਕ ਵਾਰ ਇਲਨ ਨੇ ਟਵੀਟ ਕਰਕੇ ਕਹਿ ਦਿੱਤਾ ਸੀ ਕਿ ਟੈਸਲਾ ਹੁਣ ਬਿਟਕੋਇਨ ਵਿੱਚ ਵੀ ਡੀਲ ਕਰੇਗੀ, ਅਤੇ ਇਸ ਨਾਲ ਬਿਟਕੋਇਨ ਦੇ ਰੇਟ ਰਾਤੋਂ ਰਾਤ ਹੀ ਵਧ ਗਏ। ਪਰ ਕੁਝ ਦਿਨਾਂ ਬਾਅਦ ਉਸਨੇ ਫਿਰ ਟਵੀਟ ਕਰਕੇ ਕਹਿ ਦਿੱਤਾ ਕਿ ਬਿਟਕੋਇਨ এনवायरमेंटल ਲਈ ਸੇਫ ਨਹੀਂ ਹੈ ਅਤੇ ਟੈਸਲਾ ਇਸ ਨੂੰ ਨਹੀਂ ਯੂਜ਼ ਕਰੇਗੀ। ਇਲਨ ਦੇ ਇਸ ਟਵੀਟ ਤੋਂ ਬਾਅਦ ਹੀ ਬਿਟਕੋਇਨ ਮੁੱਦੇ ਮੂੰਹ ਥੱਲੇ ਡਿੱਗ ਪਿਆ ਅਤੇ ਉਸ ਦੇ ਰੇਟ ਡਬਲ ਨਾਲੋਂ ਵੀ ਜ਼ਿਆਦਾ ਇੱਕ ਦਿਨ ਵਿੱਚ ਡਿੱਗ ਪਏ ਸਨ। ਆਪਣੇ ਇਸ ਟਵੀਟ ਦੀ ਪਾਵਰ ਨਾਲ ਇਲਨ ਨੇ ਪਿਛਲੇ ਕੁਝ ਸਮੇਂ ਵਿੱਚ ਹੀ ਕਈ ਵਾਰ ਸਟਾਕ ਮਾਰਕੀਟ ਨੂੰ ਝਟਕੇ ਦਿੱਤੇ ਹਨ, ਅਤੇ ਇਸ ਕਰਕੇ ਹੀ ਅਮਰੀਕਾ ਦੀ ਸਟਾਕ ਮਾਰਕੀਟ ਕੰਟਰੋਲ ਬੋਰਡ SEC ਨੇ ਇਲਨ ਮਸਕ ਨੂੰ ਟਵੀਟ ਕਰਨ ਤੋਂ ਬੈਨ ਕਰ ਦਿੱਤਾ ਹੈ। SEC ਦੇ ਅਕੋਰਡਿੰਗ ਇਲਨ ਨੂੰ ਕੋਈ ਵੀ ਟਵੀਟ ਕਰਨ ਤੋਂ ਪਹਿਲਾਂ ਉਹਨਾਂ ਕੋਲੋਂ ਪਰਮਿਸ਼ਨ ਲੈਣੀ ਪਵੇਗੀ, ਕਿਉਂਕਿ ਉਸ ਦੇ ਕੁਝ ਵਰਡਸ ਟਵੀਟ ਕਰਨ ਨਾਲ USA ਦੀ ਪੂਰੀ ਇਕਨੋਮੀ ਹਿਲ ਜਾਂਦੀ ਹੈ, ਜੋ ਕਿ ਬਹੁਤ ਗਲਤ ਹੈ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਲਨ ਮਸਕ ਜੋ ਕਿ ਆਪਣੇ ਇੱਕ ਟਵੀਟ ਕਰਕੇ ਕਈ ਮਿਲੀਅਨਸ ਡਾਲਰ ਕਮਾ ਸਕਦੇ ਹਨ, ਉਹ ਆਪਣੇ ਇਸ ਟਵੀਟ ਦੀ ਪਾਵਰ ਨੂੰ ਗਵਾਉਣਾ ਨਹੀਂ ਚਾਹੁੰਦੇ ਹਨ। ਟਵਿੱਟਰ ਵਾਲੇ ਆਪਣੀਆਂ ਪਬਲਿਕ ਪਾਲਿਸੀਜ਼ ਨੂੰ ਲੈ ਕੇ ਬਹੁਤ ਸਖਤ ਹਨ, ਅਤੇ ਇਸ ਕਰਕੇ ਹੀ ਜਦੋਂ ਡੋਨਾਲਡ ਟਰੰਪ ਨੇ ਟਵਿੱਟਰ ਤੇ ਕੁਝ ਗਲਤ ਪੋਸਟ ਕੀਤਾ ਸੀ ਤਾਂ ਟਵਿੱਟਰ ਨੇ ਉਹਨਾਂ ਦੇ ਟਵਿੱਟਰ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ। ਹੁਣ ਇਲਨ ਮਸਕ ਨੂੰ ਇੱਥੇ ਲੱਗਾ ਕਿ ਟਵਿੱਟਰ ਕਦੇ ਵੀ ਉਹਨਾਂ ਨੂੰ ਬੈਨ ਕਰ ਸਕਦੀ ਹੈ ਅਤੇ ਉਹਨਾਂ ਦੇ ਕੋਲੋਂ ਇਹ ਟਵੀਟ ਪਾਵਰ ਜਾ ਸਕਦੀ ਹੈ, ਜਿਸ ਕਰਕੇ ਉਹਨਾਂ ਨੇ ਟਵਿੱਟਰ ਨੂੰ ਖਰੀਦਣ ਬਾਰੇ ਸੋਚਿਆ। ਅੱਗੇ ਜਾਣ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਵਾਂ ਕਿ ਇਲਨ ਦੀ ਇਹ ਕੋਈ ਐਕਸੀਡੈਂਟਲ ਡਿਸੀਜਨ ਨਹੀਂ ਹੈ। ਇਲਨ ਨੇ ਆਪਣੇ ਇਸ ਬਿਜ਼ਨਸ ਮੂਵ ਨੂੰ ਬਹੁਤ ਚੰਗੀ ਤਰ੍ਹਾਂ ਪਲਾਨ ਕੀਤਾ ਸੀ। ਸਭ ਤੋਂ ਪਹਿਲਾਂ ਇਲਨ ਨੇ ਇਸੇ ਸਾਲ 14 ਮਾਰਚ ਨੂੰ ਟਵਿੱਟਰ ਦੇ 9.2% ਸ਼ੇਅਰ ਲਗਭਗ $3 ਬਿਲੀਅਨ ਵਿੱਚ ਖਰੀਦ ਲਏ ਅਤੇ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਬਣ ਗਏ। ਹੁਣ ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਸਟਾਕ ਐਕਸਚੇਂਜ ਮਾਰਕੀਟ ਬੋਰਡ SEC ਦੇ ਅਨੁਸਾਰ ਇੱਕ ਰੂਲ ਹੈ ਕਿ ਜੇ ਕੋਈ ਵੀ ਇਨਸਾਨ ਕਿਸੇ ਵੀ ਕੰਪਨੀ ਦੇ 5% ਜਾਂ ਉਸ ਤੋਂ ਵੱਧ ਦੇ ਸ਼ੇਅਰਸ ਖਰੀਦਦਾ ਹੈ ਤਾਂ ਉਸ ਨੂੰ 10 ਦਿਨ ਦੇ ਵਿੱਚ ਹੀ SEC ਨੂੰ ਦੱਸਣਾ ਪਵੇਗਾ, ਨਹੀਂ ਤਾਂ ਉਸ ਨੂੰ $1 ਲੱਖ ਦਾ ਜੁਰਮਾਨਾ ਪਵੇਗਾ। ਪਰ ਇਲਨ ਨੇ ਇਸ ਗੱਲ ਨੂੰ 21 ਦਿਨ ਬਾਅਦ ਜਾ ਕੇ ਪਬਲਿਕ ਵਿੱਚ ਅਤੇ SEC ਨੂੰ ਆਪਣੀ ਇਸ ਇਨਵੈਸਟਮੈਂਟ ਬਾਰੇ ਦੱਸਿਆ, ਜਿਸ ਕਰਕੇ ਉਸ ਨੂੰ $1 ਲੱਖ ਦੀ ਪੈਨਲਟੀ ਭਰਨੀ ਪਈ। ਪਰ ਇਹ ਸਭ ਤੋਂ ਪਹਿਲਾਂ ਇਹਨਾਂ 21 ਦਿਨਾਂ ਵਿੱਚ ਇਲਨ ਨੇ ਟਵਿੱਟਰ ਬਾਰੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਕਿ ਟਵਿੱਟਰ ਉੱਤੇ ਕੀ ਹੋਣਾ ਚਾਹੀਦਾ ਹੈ, ਟਵਿੱਟਰ ਉੱਤੇ ਕਿਹੜੀ ਚੀਜ਼ ਨੂੰ ਇੰਪਰੂਵ ਕਰਨਾ ਚਾਹੀਦਾ ਹੈ, ਅਤੇ ਉਹਨਾਂ ਦੇ ਕੁਝ ਟਵੀਟ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਲੱਗਾ ਕਿ ਇਲਨ ਹੁਣ ਟਵਿੱਟਰ ਨਾਲ ਜੁੜਨਾ ਚਾਹੁੰਦੇ ਹਨ ਅਤੇ ਉਹ ਆਪਣਾ ਇਸ ਵਿੱਚ ਇੰਟਰਸਟ ਦਿਖਾ ਰਹੇ ਹਨ। ਬਸ ਇਸ ਕਰਕੇ ਹੀ ਬਹੁਤ ਲੋਕਾਂ ਨੇ ਟਵਿੱਟਰ ਦੇ ਸ਼ੇਅਰਸ ਜਲਦੀ ਖਰੀਦਣੇ ਸ਼ੁਰੂ ਕਰ ਦਿੱਤੇ, ਅਤੇ ਟਵਿੱਟਰ ਦੇ ਸ਼ੇਅਰਸ ਦੀ ਪ੍ਰਾਈਸ ਇਹਨਾਂ 21 ਦਿਨਾਂ ਦੇ ਵਿੱਚ ਹੀ 26% ਤੱਕ ਵੱਧ ਗਈ, ਜਿਸ ਨਾਲ ਇਲਨ ਮਸਕ ਦੀ ਇਨਵੈਸਟਮੈਂਟ ਵੀ $700 ਮਿਲੀਅਨ ਤੱਕ ਵੱਧ ਗਈ, ਅਤੇ ਉਹਨਾਂ ਨੇ $700 ਮਿਲੀਅਨ ਦਾ ਮੁਨਾਫਾ ਇਹਨਾਂ 21 ਦਿਨ ਵਿੱਚ ਹੀ ਕਮਾ ਲਿਆ। ਸੋ ਇਸ ਤਰ੍ਹਾਂ ਇਲਨ ਨੇ ਇੱਕ ਵਾਰ ਫਿਰ ਟਵੀਟ ਕਰਕੇ ਮਾਰਕੀਟ ਮੈਨੀਪੂਲੇਟ ਕਰ ਦਿੱਤੀ। ਪਰ ਕਹਾਣੀ ਇੱਥੇ ਹੀ ਨਹੀਂ
ਮੁੱਕਦੀ। ਦੋਸਤੋ ਇਲਨ ਕੋਲ ਕੰਪਨੀ ਦੇ ਅਜੇ ਵੀ 9.2% ਸ਼ੇਅਰ ਹੀ ਆਏ ਸਨ, ਪਰ ਇੱਥੇ ਫਿਰ ਉਹਨਾਂ ਨੇ ਆਪਣੀ ਅਗਲੀ ਚਾਲ ਚੱਲੀ। ਉਹਨਾਂ ਨੇ ਫਿਰ ਖੁੱਲ੍ਹੇਆਮ ਟਵਿੱਟਰ ਉੱਤੇ ਕੁਝ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਕਿ ਟਵਿੱਟਰ ਵਿੱਚ ਕੁਝ ਸੁਧਾਰਾਂ ਦੀ ਜ਼ਰੂਰਤ ਹੈ ਅਤੇ ਫ੍ਰੀ ਸਪੀਚ ਨੂੰ ਪ੍ਰਮੋਟ ਕਰਨ ਲਈ ਟਵਿੱਟਰ ਸਭ ਤੋਂ ਵਧੀਆ ਪਲੇਟਫਾਰਮ ਹੋ ਸਕਦਾ ਹੈ। ਉਹਨਾਂ ਨਾਲ ਹੀ ਆਮ ਲੋਕਾਂ ਨੂੰ ਵੀ ਟਵਿੱਟਰ ਬਾਰੇ ਆਪਣੇ ਆਈਡੀਆਜ਼ ਦੇਣ ਬਾਰੇ ਕਿਹਾ। ਇਹ ਸਭ ਦੇਖ ਕੇ ਟਵਿੱਟਰ ਨੇ ਘਬਰਾ ਕੇ ਇਲਨ ਨੂੰ ਆਪਣੇ ਬੋਰਡ ਆਫ ਡਾਇਰੈਕਟਰਸ ਬਣਨ ਲਈ ਕਿਹਾ, ਪਰ ਇਲਨ ਨੇ ਇਸ ਤੋਂ ਸਾਫ਼ ਮਨਾ ਕਰ ਦਿੱਤਾ ਕਿਉਂਕਿ ਲਾਅ ਦੇ ਹਿਸਾਬ ਨਾਲ ਕੋਈ ਵੀ ਬੋਰਡ ਆਫ ਡਾਇਰੈਕਟਰ ਉਸ ਕੰਪਨੀ ਦਾ ਮਾਲਕ ਨਹੀਂ ਬਣ ਸਕਦਾ ਅਤੇ ਉਹ ਵੱਧ ਤੋਂ ਵੱਧ 15% ਤੱਕ ਹੀ ਉਸ ਕੰਪਨੀ ਵਿੱਚ ਹਿੱਸੇਦਾਰੀ ਖਰੀਦ ਸਕਦਾ ਹੈ। ਪਰ ਇੱਥੇ ਇਲਨ ਮਸਕ ਨੇ ਸਾਰਿਆਂ ਨੂੰ ਇੱਕ ਵਾਰ ਫੇਰ ਝਟਕਾ ਦਿੰਦੇ ਹੋਏ ਟਵਿੱਟਰ ਨੂੰ ਖਰੀਦਣ ਦੀ ਆਫਰ ਕਰ ਦਿੱਤੀ। ਉਹਨਾਂ ਕਿਹਾ ਕਿ ਉਹ ਬੋਰਡ ਆਫ ਡਾਇਰੈਕਟਰ ਬਣਨ ਦੀ ਬਜਾਏ ਪੂਰੀ ਕੰਪਨੀ ਨੂੰ ਖਰੀਦ ਕੇ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ ਤਾਂ ਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਫ੍ਰੀ ਸਪੀਚ ਦੇ ਆਪਣੇ ਆਈਡੀਆ ਨੂੰ ਪ੍ਰਮੋਟ ਕਰ ਸਕਣ। ਇਲਨ ਦੇ ਇਸ ਆਫਰ ਤੋਂ ਦੁਨੀਆ ਦੇ ਸਾਰੇ ਵੱਡੇ ਪੋਲੀਟੀਸ਼ੀਅਨਸ ਅਤੇ ਯੂਐਸਏ ਦੇ ਵੀ ਜ਼ਿਆਦਾਤਰ ਪੋਲੀਟੀਸ਼ੀਅਨਸ ਨੇ ਇਸ ਡੀਲ ਦਾ ਵਿਰੋਧ ਕੀਤਾ ਕਿਉਂਕਿ ਇਲਨ ਮਸਕ ਵਰਗੇ ਜਿੱਦੀ ਬੰਦੇ ਤੋਂ ਸਾਰੇ ਹੀ ਡਰਦੇ ਸਨ। ਪਰ ਇਲਨ ਇਹਨਾਂ ਸਭ ਤੋਂ 2 ਕਦਮ ਅੱਗੇ ਸਨ। ਉਹਨਾਂ ਸ਼ਰੇਆਮ ਟਵੀਟ ਕਰਕੇ ਸ਼ੇਅਰ ਹੋਲਡਰਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ ਅਤੇ ਉਹ ਤੁਹਾਡੇ ਹਰੇਕ ਸ਼ੇਅਰ ਨੂੰ ਮਾਰਕੀਟ ਵੈਲਿਊ ਨਾਲੋਂ $9 ਵੱਧ ਪੈਸੇ ਦੇ ਕੇ ਖਰੀਦ ਰਿਹਾ ਹੈ, ਜਿਸ ਵਿੱਚ ਤੁਹਾਡਾ ਸਭ ਦਾ ਬਹੁਤ ਫਾਇਦਾ ਹੈ। ਪਰ ਇਸ ਦੇ ਉਲਟ ਹੀ ਜੇ ਉਸਨੇ ਕੱਲ੍ਹ ਆਪਣੇ ਸ਼ੇਅਰਸ ਵੇਚਣੇ ਸ਼ੁਰੂ ਕਰ ਦਿੱਤੇ ਤਾਂ ਤੁਹਾਡੇ ਸਾਰਿਆਂ ਦੇ ਸ਼ੇਅਰਸ ਦੀ ਪ੍ਰਾਈਸ ਬਹੁਤ ਥੱਲੇ ਆ ਜਾਵੇਗੀ। ਉਸਦੇ ਇਸ ਰਿਕੁਐਸਟ ਅਤੇ ਧਮਕੀ ਭਰੇ ਬਿਆਨ ਤੋਂ ਬਾਅਦ ਸਾਰੇ ਸ਼ੇਅਰ ਹੋਲਡਰਸ ਬਹੁਤ ਘਬਰਾ ਗਏ ਅਤੇ ਫਾਈਨਲੀ 25 ਅਪ੍ਰੈਲ ਨੂੰ ਇਹ ਨਿਊਜ਼ ਆਈ ਕਿ ਇਲਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ ਹੈ ਅਤੇ ਇਹ ਹੁਣ ਇੱਕ ਪ੍ਰਾਈਵੇਟ ਕੰਪਨੀ ਬਣ ਗਈ ਹੈ। ਦੋਸਤੋ ਇਹ ਤਾਂ ਸੀ ਇਲਨ ਮਸਕ ਦੀ ਇੱਕ ਹੋਰ ਸਮਾਰਟ ਬਿਜ਼ਨਸ ਮੂਵ ਜਿਸ ਨਾਲ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਵਾਰ ਹੋਰ ਹੈਰਾਨ ਕਰ ਦਿੱਤਾ। ਪਰ ਇਸ ਦਾ ਰਿਜ਼ਲਟ ਕੀ ਹੋਵੇਗਾ ਇਹ ਤਾਂ ਟਾਈਮ ਹੀ ਦੱਸੇਗਾ। ਇਲਨ ਮਸਕ ਦੇ ਅਸਲੀ ਇਰਾਦੇ ਜਾਂ ਇੰਟੈਂਸ਼ਨਸ ਬਾਰੇ ਤਾਂ ਸਾਨੂੰ ਪਤਾ ਨਹੀਂ, ਪਰ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਲਨ ਮਸਕ ਨੇ ਆਪਣੇ ਪਹਿਲੇ ਟਵੀਟ ਵਿੱਚ ਹੀ ਇਹ ਕਹਿ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਉਸਦੇ ਵਰਸਟ ਕ੍ਰਿਟਿਕਸ ਯਾਨੀ ਕਿ ਉਸਦੇ ਕਿੰਤੂ ਪ੍ਰੰਤੂ ਕਰਨ ਵਾਲੇ ਉਸਦੇ ਵਿਰੋਧੀ ਟਵਿੱਟਰ ਉੱਤੇ ਹੀ ਰਹਿਣ ਅਤੇ ਉਹ ਟਵੀਟ ਕਰਕੇ ਆਪਣੇ ਵਿਚਾਰ ਰੱਖਣ ਕਿਉਂਕਿ ਸਹੀ ਮਾਇਨੇ ਵਿੱਚ ਫ੍ਰੀडम ਆਫ ਸਪੀਚ ਦਾ ਮਤਲਬ ਇਹੀ ਹੈ ਜਿੱਥੇ ਤੁਸੀਂ ਆਪਣੇ ਵਿਰੋਧੀ ਦੇ ਵਿਚਾਰਾਂ ਨੂੰ ਦੱਬਣ ਦੀ ਬਜਾਏ ਉਸ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਦਿੰਦੇ ਹੋ। ਇਸ ਦੇ ਨਾਲ ਹੀ ਦੂਜੇ ਪਾਸੇ ਇੱਕ ਇਕੱਲੇ ਆਦਮੀ ਦੇ ਹੱਥ ਵਿੱਚ ਐਡੀ ਵੱਡੀ ਇਨਫਲੂਐਂਸ਼ੀਅਲ ਪਾਵਰ ਆਉਣ ਦੇ ਬਹੁਤ ਨੁਕਸਾਨ ਵੀ ਹੋ ਸਕਦੇ ਹਨ, ਪਰ ਇਸ ਸਭ ਬਾਰੇ ਤਾਂ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗ ਸਕੇਗਾ। ਬਾਕੀ ਦੋਸਤੋ ਤੁਹਾਨੂੰ ਇਲਨ ਦੀ ਇਸ ਡੀਲ ਤੋਂ ਕੀ ਲੱਗਾ ਹੈ ਸਾਨੂੰ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਦਿਓ। ਸੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਥੈਂਕ ਯੂ।